ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਡੱਲਾ ਜੀ, ਪ੍ਰੋਗਰਾਮ ਦੀ ਸ਼ੁਰੂਆਤ ਜੇਕਰ ਤੁਸੀਂ ਕਿਸੇ ਖਾਸ ਵੱਡੀ ਖਬਰ ਦੇ ਐਨਾਲਿਸਿਸ ਦੇ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਚਾਹਾਂਗੀ ਉਹ ਵੱਡੀ ਖਬਰ ਜੋ ਹੈ ਸਾਂਝੀ ਕਰੋ ਤੁਸੀਂ, ਤਾਂ ਕਿ ਉਸ ਤੋਂ ਬਾਅਦ ਮੈਂ ਬਾਕੀ ਖਬਰਾਂ ਦੇ ਉੱਪਰ ਵੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰ ਸਕਾਂ। ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਦੇ ਵਿੱਚ ਮੈਂ ਇੱਕ ਨਹੀਂ ਦੋ ਤਿੰਨ ਇਕੱਠੀਆਂ ਲੈਣਾ ਚਾਹੂੰਗਾ ਹਰਜੋਤ ਜੀ, ਕਿਉਂਕਿ ਬਹੁਤ ਵੱਡੇ ਮਾਮਲੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਾਂ ਕਿ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਉਹਨਾਂ ਦੇ ਖਿਲਾਫ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਲਾਨ ਪੇਸ਼ ਕਰ ਦਿੱਤਾ ਗਿਆ। ਵਿਜੀਲੈਂਸ ਬਿਊਰੋ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਨੇ ਇੱਕ ਤੇਲੂ ਰਾਮ ਅਤੇ ਇੱਕ ਆੜਤੀਏ ਨੇ ਕ੍ਰਿਸ਼ਨ ਲਾਲ, ਇਹਨਾਂ ਦੇ ਖਿਲਾਫ ਲੁਧਿਆਣੇ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾਕਟਰ ਅਜੀਤ ਅਤਰੀ ਦੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਸੋ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਇਸ ਚਲਾਨ ਦੇ ਵਿੱਚ ਬਹੁਤ ਸਾਰੇ ਜਿਹੜੇ ਤੱਥ ਨੇ ਉਹਨਾਂ ਦਾ ਪ੍ਰਗਟਾਵਾ ਕੀਤਾ ਔਰ ਇਹਦੇ ਨਾਲ ਬਹੁਤ ਸਾਰਾ ਜਿਹੜੇ ਦਸਤਾਵੇਜ਼ੀ ਸਬੂਤ ਨੇ ਉਹ ਵੀ ਨਾਲ ਲਾਏ ਗਏ ਨੇ। ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਵਿਜੀਲੈਂਸ ਬਿਊਰੋ ਵੱਲੋਂ ਕਿ ਤਫਤੀਸ਼ ਉਸੇ ਤਰ੍ਹਾਂ ਜਾਰੀ ਰਹੇਗੀ ਔਰ ਅਸੀਂ ਸਪਲੀਮੈਂਟਰੀ ਚਲਾਨ ਵੀ ਪੇਸ਼ ਕਰਾਂਗੇ ਅਤੇ ਉਹਦੇ ਵਿੱਚ ਵੀ ਅਸੀਂ ਹੋਰ ਲੋਕਾਂ ਦੀ ਸ਼ਮੂਲੀਅਤ ਹੈ ਜਿਹੜੀ ਉਹ ਸਾਬਤ ਕਰਾਂਗੇ ਮੁੜ ਕੇ ਅਦਾਲਤ 'ਚ ਜਾ ਕੇ। ਦੇਖੋ, ਇਹ ਹੁਣ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ। ਹੁਣ ਅਦਾਲਤ ਦੇ ਵਿੱਚ ਇਸ ਕੇਸ ਦੀ ਜਿਹੜੀ ਵਿਧੀਵਤ ਸ਼ੁਰੂਆਤ ਹੈ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਹੋਏਗੀ। ਨਜ਼ਰ ਇਸ ਗੱਲ 'ਤੇ ਲੱਗੀ ਹੋਈ ਹੈ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਕਦੋਂ ਮਿਲਦੀ ਹੈ। ਦੇਖਣ ਵਾਲੀ ਗੱਲ ਇਹ ਰਹੇਗੀ ਕਿ ਭਾਰਤ ਭੂਸ਼ਣ ਆਸ਼ੂ ਉਹਨਾਂ ਦੀ ਹੁਣ ਜ਼ਮਾਨਤ ਕਦੋਂ ਹੁੰਦੀ ਹੈ, ਕਿਉਂਕਿ ਪਹਿਲਾਂ ਉਹਨਾਂ ਨੇ ਲੋਅਰ ਕੋਰਟ ਦੇ ਵਿੱਚ ਅਤੇ ਫਿਰ ਹਾਈ ਕੋਰਟ ਦੇ ਵਿੱਚ ਵੀ ਆਪਣੀ ਜ਼ਮਾਨਤ ਦੇ ਲਈ ਉਹਨਾਂ ਨੇ ਪਟੀਸ਼ਨ ਪਾਈ ਸੀ, ਪਰ ਹਲੇ ਤੱਕ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਨਹੀਂ ਮਿਲ ਸਕੀ। ਸਾਨੂੰ ਸਾਰਿਆਂ ਨੂੰ ਯਾਦ ਹੈ ਭਾਰਤ ਭੂਸ਼ਣ ਆਸ਼ੂ ਔਰ ਕਾਂਗਰਸ ਦੇ ਹੋਰ ਲੀਡਰ ਔਰ ਰਾਜਾ ਵੜਿੰਗ ਇਹ ਸਾਰੇ ਚੰਡੀਗੜ੍ਹ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ ਧਰਨਾ ਮਾਰਨ ਗਏ ਸੀ ਅਤੇ ਇਹਨਾਂ ਨੇ ਕਿਹਾ ਸੀ ਕਿ ਵਿਜੀਲੈਂਸ ਬਿਊਰੋ ਨੂੰ ਜਿਹੜੇ ਕਾਂਗਰਸੀ ਲੋੜੀਂਦੇ ਨੇ ਸਾਨੂੰ ਦੱਸਣ, ਅਸੀਂ ਸਾਰੇ ਆਪ ਵਿਜੀਲੈਂਸ ਬਿਊਰੋ ਦੇ ਦਫ਼ਤਰ ਆਵਾਂਗੇ। ਅਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸੀ ਕਿ ਮੈਂ ਤਾਂ ਬੈਗ ਲੈ ਕੇ ਆਇਆ। ਉਸੇ ਦਿਨ ਸ਼ਾਮ ਨੂੰ ਭਾਰਤ ਭੂਸ਼ਣ ਆਸ਼ੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਵਿਜੀਲੈਂਸ ਬਿਊਰੋ ਵੱਲੋਂ। ਪਰ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਪਟਨ ਸੰਦੀਪ ਸੰਧੂ ਉਹ ਵੀ ਇੱਕ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੂੰ ਲੋੜੀਂਦੇ ਨੇ, ਉਹ ਵੀ ਪਤਾ ਨਹੀਂ ਕਿੱਧਰ ਚਲੇ ਗਏ ਨੇ। ਵਿਜੀਲੈਂਸ ਬਿਊਰੋ ਦੇ ਹੱਥ ਨਹੀਂ ਲੱਗੇ ਹਾਲੇ ਤੱਕ। ਹੋ ਸਕਦਾ ਅਦਾਲਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਰਿਲੀਫ ਦੇ ਲਈ ਜਦੋਜਹਿਦ ਕਰ ਰਹੇ ਹੋਣ। ਇਸੇ ਤਰ੍ਹਾਂ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਇੱਕ ਸਾਬਕਾ ਚੇਅਰਪਰਸਨ ਨੇ, ਉਹ ਚੇਅਰਮੈਨ ਵੀ ਪਿਛਲੇ ਕਾਫੀ ਸਮੇਂ ਤੋਂ ਪਤਾ ਨਹੀਂ ਕਿੱਧਰ ਚਲੇ ਗਏ। ਸੋ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਵਿਜੀਲੈਂਸ ਬਿਊਰੋ ਗਾਹੇ ਬਗਾਹੇ ਲੱਭ ਰਹੀ ਹੈ, ਪਰ ਉਹ ਵਿਜੀਲੈਂਸ ਬਿਊਰੋ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ। ਸੋ ਆਉਂਦੇ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਇਹ ਵੀ ਦਾਅਵਾ ਕਰ ਰਹੀ ਹੈ ਕਿ ਅਸੀਂ ਜਿਹੜੇ ਲੋਕਾਂ ਦੀ ਸਾਨੂੰ ਤਲਾਸ਼ ਹੈ ਅਸੀਂ ਬਹੁਤ ਜਲਦ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ। ਪਰ ਦੂਸਰੀ ਵੱਡੀ ਖਬਰ ਮੈਂ ਲੈਣਾ ਚਾਹੂੰਗਾ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਭਗਵੰਤ ਮਾਨ ਨੇ ਜੰਗ ਵਿੰਢੀ ਹੋਈ ਹੈ, ਪੰਜਾਬ ਦੀ ਸਰਕਾਰ ਨੇ ਜਿਹੜੀ ਜੰਗ ਵਿੱਢੀ ਹੈ, ਉਹਦੇ ਤਹਿਤ ਜਿਹੜੇ ਪੰਜਾਬ ਦੇ IGP ਹੈੱਡਕੁਆਟਰ ਨੇ ਸੁਖਚੈਨ ਸਿੰਘ ਗਿੱਲ, ਡਾਕਟਰ ਸੁਖਚੈਨ ਸਿੰਘ ਗਿੱਲ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹਰਜੋਤ ਜੀ ਕੱਲ੍ਹ ਚੰਡੀਗੜ੍ਹ ਦੇ ਵਿੱਚ ਔਰ ਬਹੁਤ ਵੱਡੇ ਖੁਲਾਸੇ ਕੀਤੇ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਪਿਛਲੇ ਕੁਝ ਹੀ ਸਮੇਂ ਦੌਰਾਨ 42.36 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸੋ ਹੈਰੋਇਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡਾ ਨਸ਼ਾ ਹੈ। ਭਾਵੇਂ BSF ਸਰਹੱਦ ਤੋਂ ਹੈਰੋਇਨ ਨੂੰ ਬਰਾਮਦ ਕਰਦੀ ਹੈ, ਪਰ ਫਿਰ ਵੀ ਪੰਜਾਬ ਪੁਲਿਸ ਨੇ 42.5 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। 18 ਕਿਲੋ ਅਫੀਮ, 12 ਕਿਲੋ ਗਾਂਜਾ ਅਤੇ 9 ਕੁਇੰਟਲ ਭੁੱਕੀ ਅਤੇ ਫਾਰਮਾ ਜਿਹੜੀਆਂ ਗੋਲੀਆਂ ਨੇ 74,000 ਗੋਲੀਆਂ, ਇਹਨਾਂ ਦੇ ਵਿੱਚ ਕੈਪਸੂਲ ਨੇ, ਟੀਕੇ ਨੇ, ਸ਼ੀਸ਼ੀਆਂ ਨੇ, ਇਹ ਬਰਾਮਦ ਕੀਤੇ ਨੇ ਅਤੇ ਕੁੱਲ 14,80,000 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਸੋ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਖਿਲਾਫ ਜ਼ਮੀਨੀ ਪੱਧਰ 'ਤੇ ਸੰਘਰਸ਼ ਕਰ ਰਹੀ ਹੈ ਔਰ ਪ੍ਰਾਪਤੀਆਂ ਵੀ ਹੋ ਰਹੀਆਂ ਨੇ। ਪਰ ਨਸ਼ਾ ਜਿਹੜਾ ਉਹਨੇ ਬਹੁਤ ਬੁਰੇ ਤਰੀਕੇ ਨਾਲ ਪੰਜਾਬੀਆਂ ਨੂੰ, ਨੌਜਵਾਨਾਂ ਨੂੰ ਜਕੜਿਆ। ਸੋ ਕੈਮੀਕਲ ਨਸ਼ਿਆਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਉਹ ਵੀ ਕਾਫੀ ਉਲਝੇ ਨੇ ਔਰ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲ ਰਹੀ ਹੈ। ਡਾਕਟਰ ਸੁਖਚੈਨ ਗਿੱਲ ਨੇ ਇਹਨਾਂ ਗੱਲਾਂ ਦਾ ਖੁਲਾਸਾ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ 2 ਹਫ਼ਤਿਆਂ ਦੇ ਵਿੱਚ NDPS ਐਕਟ ਦੇ ਤਹਿਤ 46 ਹੋਰ ਭਗੌੜੇ ਗ੍ਰਿਫਤਾਰ ਕੀਤੇ ਨੇ ਤੇ ਕੁੱਲ 429 ਲੋਕਾਂ ਦੀ ਗ੍ਰਿਫਤਾਰੀ ਦਾ ਅੰਕੜਾ ਪਹੁੰਚ ਗਿਆ। ਸੋ ਇਹ ਭਗਵੰਤ ਮਾਨ ਸਰਕਾਰ ਦੀਆਂ ਉਪਲਬਧੀਆਂ
ਇੰਸਪੈਕਟਰ ਜਨਰਲ ਆਫ ਪੁਲਿਸ ਸੁਖਚੈਨ ਸਿੰਘ ਗਿੱਲ ਹੋਣਾ ਨੇ ਕੱਲ ਗਣਾਈਆਂ ਨੇ। ਔਰ ਮੈਂ ਇੱਕ ਹੋਰ ਛੋਟੀ ਜਿਹੀ ਖਬਰ ਨਾਲ ਜੋੜਦਾ, ਜਿਹੜੇ ਕੇਂਦਰੀ ਪੈਟਰੋਲੀਅਮ ਪਦਾਰਥਾਂ ਬਾਰੇ ਮੰਤਰੀ ਨੇ ਹਰਦੀਪ ਪੁਰੀ, ਜਿਹੜੇ ਅੰਮ੍ਰਿਤਸਰ ਤੋਂ ਜਿੱਤ ਨਹੀਂ ਸੀ ਸਕੇ, ਮੈਂਬਰ ਪਾਰਲੀਮੈਂਟ ਵਾਲੀ ਚੋਣ ਹਾਰ ਗਏ ਸੀ, ਗੁਰਜੀਤ ਔਜਲਾ ਉੱਥੋਂ ਜਿੱਤੇ, ਕੇਂਦਰ 'ਚ ਮੰਤਰੀ ਬਣਾਤੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ। ਹਾਰਨ ਦੇ ਬਾਵਜੂਦ ਅਰੁਣ ਜੇਤਲੀ ਵੀ ਅੰਮ੍ਰਿਤਸਰ ਤੋਂ ਹਾਰੇ ਸੀ, ਉਹਨਾਂ ਨੂੰ ਵੀ ਕੇਂਦਰੀ ਮੰਤਰੀ ਬਣਾਇਆ ਗਿਆ ਸੀ। ਸੋ ਹਰਦੀਪ ਪੁਰੀ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ, ਉਹ ਕਹਿੰਦੇ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ GST ਦੇ ਦਾਇਰੇ 'ਚ ਲਿਆਉਣ ਲਈ ਤਿਆਰ ਹੈ, ਪਰ ਸੂਬਿਆਂ ਦਾ ਸਹਿਮਤ ਹੋਣਾ ਜ਼ਰੂਰੀ ਹੈ। ਸੋ ਆਉਂਦੇ ਦਿਨਾਂ 'ਚ ਦੇਖਾਂਗੇ ਵੀ ਕੀ ਪੰਜਾਬ ਸਰਕਾਰ ਇਸ ਗੱਲ ਲਈ ਤਿਆਰ ਹੈ, ਕਿਉਂਕਿ ਹਰਦੀਪ ਪੁਰੀ ਕਹਿੰਦੇ ਕਿ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਨੂੰ GST ਦੇ ਦਾਇਰੇ 'ਚ ਲਿਆਉਣ ਲਈ ਤਿਆਰ ਹੈ, ਪਰ ਸੂਬੇ ਤਿਆਰ ਹੋਣ। ਹੁਣ ਦੇਸ਼ ਦੇ ਵੱਖ-ਵੱਖ ਸੂਬੇ ਕੀ ਤਿਆਰ ਹੁੰਦੇ ਨੇ? ਅਸਲ 'ਚ ਸੂਬਿਆਂ ਨੂੰ ਵੈਟ ਦੇ ਰੂਪ ਦੇ ਵਿੱਚ ਚੰਗਾ ਚੋਖਾ ਪੈਸਾ ਮਿਲਦਾ, ਇਸ ਕਰਕੇ ਸੂਬੇ ਇਤਰਾਜ਼ ਕਰਦੇ ਨੇ ਤੇ ਨਹੀਂ ਚਾਹੁੰਦੇ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਜਿਹੜੀਆਂ ਉਹ GST ਦੇ ਦਾਇਰੇ ਦੇ ਵਿੱਚ ਆਉਣ। ਇਸੇ ਕਰਕੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜ਼ਿਆਦਾ ਬਹੁਤ ਨੇ। ਪੰਜਾਬ ਦੇ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ ਤੇ ਪੰਜਾਬ ਸਰਕਾਰ ਨੂੰ ਵੈਟ ਤੋਂ ਚੰਗੀ ਕਮਾਈ ਹੁੰਦੀ ਹੈ, ਸੋ ਜਿਹਦੇ ਕਰਕੇ ਆਮ ਲੋਕਾਂ ਤੇ ਬੋਝ ਪਿਆ ਰਹਿੰਦਾ। ਸੂਬੇ ਦੀਆਂ ਸਰਕਾਰਾਂ ਦਾਅਵਾ ਕਰਦੀਆਂ ਨੇ ਕਿ ਅਸੀਂ ਸਟੇਟਾਂ ਤੇ ਕੋਈ ਟੈਕਸ ਨਹੀਂ ਲਾਇਆ, ਅਸੀਂ ਇਸ ਵਾਰ ਪੰਜਾਬ 'ਚ ਕੋਈ ਟੈਕਸ ਨਹੀਂ ਲਾਉਣਾ, ਪਰ ਜਿਹੜਾ ਵੈਟ ਹੈ ਉਹ ਪੈਟਰੋਲ ਅਤੇ ਡੀਜ਼ਲ ਤੇ ਉਹ ਸਭ ਤੋਂ ਵੱਡਾ ਟੈਕਸ ਹੈ, ਜਿਹਦੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸੂਬੇ 'ਚ ਵੱਧਦੀਆਂ ਨੇ। ਦਲਾ ਜੀ, ਗੱਲ ਬਿਕਰਮ ਸਿੰਘ ਮਜੀਠੀਆ ਦੀ ਕਰਦੇ ਹਾਂ ਤਾਂ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਦੇ ਨਾਲ ਇੱਕ ਮੀਟਿੰਗ ਦੌਰਾਨ ਖਾਲਿਸਤਾਨ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ। ਉਸ ਬਿਆਨ ਬਾਰੇ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਤੁਸੀਂ ਉਸ ਬਿਆਨ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ, ਕਿਸ ਤਰੀਕੇ ਨਾਲ ਸਮਝਦੇ ਹੋ, ਕਿਉਂਕਿ ਬਿਕਰਮ ਸਿੰਘ ਮਜੀਠੀਆ ਨੇ ਕਿਹੜੀ ਪੋਲੀਟੀਕਲ ਲਾਈਨ ਤਿਆਰ ਕੀਤੀ ਹੈ, ਇਸ ਸਭ ਦੇ ਉੱਪਰ ਐਨਾਲਿਸਿਸ ਜ਼ਰੂਰ ਚਾਹਾਂਗੇ ਕਿ ਤੁਹਾਡੇ ਵੱਲੋਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ। ਹਰਜੋਤ ਜੀ, ਬਿਕਰਮ ਮਜੀਠੀਏ ਦੇ ਮਾਮਲੇ ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਬਿਕਰਮ ਸਿੰਘ ਮਜੀਠੀਏ ਨੇ ਕੱਲ ਬਹੁਤ ਵੱਡਾ ਇੱਕ ਸਿਆਸੀ ਬਿਆਨ ਦਿੱਤਾ ਹੈ। ਉਹਨਾਂ ਨੇ ਸਾਫ਼ ਤੌਰ ਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਜਿਹੜੀ ਲਗਾਤਾਰ ਇਸ ਮੁੱਦੇ ਤੇ ਸਿਆਸਤ ਹੋ ਰਹੀ ਹੈ ਉਸ ਤੋਂ ਵੱਖ ਹੈ। ਉਹਨਾਂ ਨੇ ਨਾਮ ਨਹੀਂ ਲਿਆ ਅੰਮ੍ਰਿਤਪਾਲ ਸਿੰਘ ਦਾ। ਅੰਮ੍ਰਿਤਪਾਲ ਸਿੰਘ ਲਗਾਤਾਰ ਆਪਣੀ ਉਸ ਵੱਖਰੀ ਮੰਗ ਦੀ ਆਵਾਜ਼ ਬੁਲੰਦ ਕਰ ਰਹੇ ਨੇ। ਸਿਮਰਨਜੀਤ ਸਿੰਘ ਮਾਨ ਤਾਂ ਲਗਾਤਾਰ ਗਾਹੇ ਬਗਾਹੇ ਖਾਲਿਸਤਾਨ ਦੇ ਸਬੰਧ ਦੇ ਵਿੱਚ ਬਿਆਨ ਦਿੰਦੇ ਨੇ, ਪਰ ਬਿਕਰਮ ਮਜੀਠੀਏ ਨੇ ਸਾਫ਼ ਇਸ਼ਾਰਾ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਦੀ ਤਰ੍ਹਾਂ ਅੱਗੇ ਵਧੇਗੀ। ਔਰ ਬਿਕਰਮ ਮਜੀਠੀਏ ਨੇ ਕਿਹਾ ਕਿ ਸੰਭਾਵਨਾ ਖਾਲਿਸਤਾਨ ਦੀ ਨਹੀਂ ਹੈ ਔਰ ਪੰਜਾਬੀ ਵੀ ਨਹੀਂ ਚਾਹੁੰਦੇ ਕਿ ਪੰਜਾਬ 'ਚ ਖਾਲਿਸਤਾਨ ਬਣੇ, ਇਸ ਕਰਕੇ ਇਹ ਸਵਾਲ ਪੈਦਾ ਨਹੀਂ ਹੁੰਦਾ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਮਰਜ਼ੀ ਬਿਨਾਂ ਕੋਈ ਫੈਸਲਾ ਨਹੀਂ ਹੋ ਸਕਦਾ। ਸੋ ਬਿਕਰਮ ਮਜੀਠੀਏ ਨੇ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਸ ਲਾਈਨ ਵੱਲ ਅੱਗੇ ਵਧਣ ਦਾ ਇਸ਼ਾਰਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਹੈ, ਸੈਕੂਲਰ ਪਾਰਟੀ ਹੈ ਔਰ ਕਿਸੇ ਵੀ ਇਸ ਤਰ੍ਹਾਂ ਦੇ ਵੱਖਰੇ ਏਜੰਡੇ ਉੱਤੇ ਅੱਗੇ ਨਹੀਂ ਵਧੇਗੀ। ਔਰ ਬਿਕਰਮ ਮਜੀਠੀਏ ਨੇ ਭਵਿੱਖ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿੱਚ ਆਪਣੇ ਭਾਸ਼ਣ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਪੇਸ਼ ਕੀਤਾ। ਕੱਥੂ ਨੰਗਲ, ਮਜੀਠਾ ਦੇ ਕੱਥੂ ਨੰਗਲ ਵਿਖੇ ਉਹ ਇੱਕ ਬਹੁਤ ਛੋਟੇ ਲੋਕਾਂ ਦੇ ਸਮੂਹ ਨੂੰ, ਮੀਟਿੰਗ ਨੂੰ ਜਾਂ ਰੈਲੀ ਨੂੰ ਕਹਿ ਲਈਏ, ਸੰਬੋਧਨ ਕਰ ਰਹੇ ਸੀ ਔਰ ਸਪਸ਼ਟ ਤੌਰ ਤੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਵੀ ਇੱਕ ਵੱਡੇ ਪੁਰਾਣੇ ਆਗੂ ਦੀ ਨਕਲ ਦੇ ਤੌਰ ਦੇ ਉੱਤੇ ਜ਼ਿਕਰ ਕੀਤਾ ਕਿ ਅਸਲੀ ਹੁੰਦਾ ਤੇ ਨਕਲੀ ਹੁੰਦਾ। ਸੋ ਬਿਕਰਮ ਮਜੀਠੀਏ ਨੇ ਸਪਸ਼ਟ ਤੌਰ ਦੇ ਉੱਤੇ ਸਿੱਧਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਰੂਬਰੂ ਹੁੰਦੇ ਹੋਏ ਇਹ ਇਸ਼ਾਰਾ ਦਿੱਤਾ ਕਿ ਬਿਲਕੁਲ ਵੀ ਸ਼੍ਰੋਮਣੀ ਅਕਾਲੀ ਦਲ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਅੱਗੇ ਨਹੀਂ ਵਧੇਗਾ। ਭਾਵੇਂ ਭਵਿੱਖ 'ਚ ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਔਰ ਪੰਜਾਬ 'ਚ ਕਿਤੇ ਨਾ ਕਿਤੇ ਜਿਹੜੇ ਵੋਟਰ ਨੇ ਉਹਨਾਂ ਦੇ ਧਰੁਵੀਕਰਨ ਦੀਆਂ ਕੋਸ਼ਿਸ਼ਾਂ ਵੀ ਨਜ਼ਰ ਆਉਂਦੀਆਂ ਨੇ ਇਸ ਤਰੀਕੇ ਦੇ ਮੁੱਦੇ ਜਦੋਂ ਉਭਾਰੇ ਜਾਂਦੇ ਨੇ। ਔਰ ਅੰਮ੍ਰਿਤਪਾਲ ਸਿੰਘ ਲਗਾਤਾਰ ਬਾਦਲ ਪਰਿਵਾਰ ਦਾ ਵਿਰੋਧੀ ਹੈ। ਸ਼੍ਰੋਮਣੀ ਅਕਾਲੀ ਦਲ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਹੈ, ਅੰਮ੍ਰਿਤਪਾਲ ਸਿੰਘ ਲਗਾਤਾਰ ਹਰ ਮੰਚ ਤੇ ਕਹਿ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਦਰਮਿਆਨ ਅਸੀਂ ਪੁਰਾਣੇ ਲੋਕਾਂ ਤੋਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਨੂੰ ਆਜ਼ਾਦ ਕਰਾਈਏ, ਪੁਰਾਣੇ ਲੋਕਾਂ ਤੋਂ ਪ੍ਰਬੰਧ ਵਾਪਸ ਲਈਏ ਤੇ ਨਵੇਂ ਤੇ ਸਾਫ਼ ਸੁਥਰੇ ਤੇ ਚੰਗੇ ਲੋਕ ਪ੍ਰਬੰਧ ਚਾਹੁਣ, ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ
ਕਿ ਸ਼੍ਰੋਮਣੀ ਅਕਾਲੀ ਦਲ ਦੇ ਤਹਿਤ ਬਹੁਤ ਇਮਾਨਦਾਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਨਹੀਂ ਚੱਲ ਰਿਹਾ। ਸੋ ਹਰ ਮੰਚ ਤੇ ਅੰਮ੍ਰਿਤਪਾਲ ਸਿੰਘ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ਗੀ ਆਪਣੀ ਜ਼ਾਹਰ ਕਰਦੇ ਨੇ। ਔਰ ਇਹ ਵੀ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਜਿਸ ਤਰ੍ਹਾਂ ਨਾਲ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਅੱਗੇ ਵਧਾ ਰਹੇ ਨੇ ਅੰਮ੍ਰਿਤਪਾਲ ਸਿੰਘ, ਔਰ ਜਿਸ ਤਰ੍ਹਾਂ ਨਾਲ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕਰ ਰਹੇ ਨੇ, ਪਿੰਡਾਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਅੰਮ੍ਰਿਤਪਾਲ ਸਿੰਘ ਦੀ ਗੱਲ ਤੁਰੀ ਹੈ। ਪਿੰਡ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਧਰਮ ਦੇ ਨਾਲ ਨੌਜਵਾਨੀ ਨੂੰ ਜੋੜਨ ਦੀ ਉਹਨਾਂ ਦੀ ਅਪੀਲ ਹੈ, ਉਹ ਗੱਲ ਤੁਰੀ ਹੈ। ਕਿਉਂਕਿ ਪਿੰਡਾਂ 'ਚ ਸਾਡੇ ਲੋਕ ਇਸ ਗੱਲ ਤੋਂ ਬਹੁਤ ਔਖੇ ਨੇ ਕਿ ਨੌਜਵਾਨ ਜਿਹੜੇ ਨੇ ਉਹ ਕੈਮੀਕਲ ਨਸ਼ਿਆਂ ਵਾਲੇ ਪਾਸੇ ਆ ਗਏ ਨੇ, ਜਿਹਦੇ ਨਾਲ ਨਾ ਸਿਰਫ ਉਹ ਆਪਣੇ ਕਾਰੋਬਾਰ ਤਬਾਹ ਕਰ ਰਹੇ ਨੇ ਬਲਕਿ ਆਪਣੇ ਪਰਿਵਾਰਾਂ ਦੇ ਨਾਲ ਵੀ ਕਿਤੇ ਨਾ ਕਿਤੇ ਉਹਨਾਂ ਦੇ ਸਬੰਧ ਚੰਗੇ ਨਹੀਂ ਰਹੇ। ਬਹੁਤ ਸਾਰੀਆਂ ਘਟਨਾਵਾਂ ਅਸੀਂ ਦੇਖੀਆਂ ਨੇ ਜਿਹੜੇ ਕੈਮੀਕਲ ਨਸ਼ੇ ਨੇ ਉਹਨਾਂ ਨੇ ਕਿਵੇਂ ਪਰਿਵਾਰਾਂ ਨੂੰ ਤਬਾਹ ਕੀਤਾ। ਅਜਿਹੇ ਮੌਕੇ ਤੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਇਹ ਅਪੀਲ ਹੈ ਨੌਜਵਾਨਾਂ ਨੂੰ, ਉਹਦੇ ਨਾਲ ਕਾਫੀ ਵੱਡੀ ਗਿਣਤੀ 'ਚ ਨੌਜਵਾਨ ਨੇ ਜਿਹੜੇ ਉਹ ਅੰਮ੍ਰਿਤ ਛਕਣ ਵਾਲੇ ਪਾਸੇ ਵੱਧ ਰਹੇ ਨੇ, ਅੰਮ੍ਰਿਤ ਸੰਚਾਰ ਦੀ ਮੁਹਿੰਮ ਨਾਲ ਜੁੜ ਰਹੇ ਨੇ ਤੇ ਅੰਮ੍ਰਿਤਪਾਲ ਸਿੰਘ ਦੀ ਗੱਲ ਪਿੰਡਾਂ ਦੇ ਵਿੱਚ ਤੁਰੀ ਹੈ। ਔਰ ਇਹ ਵੀ ਕਿਸੇ ਤੋਂ ਗੱਲ ਲੁਕੀ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਬੀਬੀ ਜਗੀਰ ਕੌਰ ਵੱਖਰੇ ਹੋਏ ਜਾਂ ਉਹਨਾਂ ਨੂੰ ਪਾਰਟੀ 'ਚੋਂ ਵੱਖ ਕੀਤਾ ਗਿਆ, ਉਸ ਤੋਂ ਬਾਅਦ 42 ਵੋਟਾਂ ਉਹਨਾਂ ਦਾ ਹਾਸਲ ਕਰਨਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 104 ਵੋਟਾਂ ਦਾ ਮਿਲਣਾ, ਇਹ ਸੰਕੇਤ ਨੇ ਕਿ ਬਹੁਤ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ। ਔਰ ਅਜਿਹੇ 'ਚ ਜ਼ਰੂਰੀ ਸੀ ਕਿ ਅਕਾਲੀ ਦਲ ਆਪਣੀ ਸਥਿਤੀ ਨੂੰ ਸਪਸ਼ਟ ਕਰੇ ਪੰਜਾਬ ਦੇ ਵਿੱਚ। ਔਰ ਕਿਉਂਕਿ ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ ਸਾਡੇ ਵੱਖ-ਵੱਖ ਭਾਈਚਾਰੇ ਰਹਿੰਦੇ ਨੇ ਔਰ ਉਹਨਾਂ ਸਾਰੇ ਭਾਈਚਾਰਿਆਂ ਨੂੰ ਵੋਟ ਬੈਂਕ ਦੇ ਰੂਪ ਦੇ ਵਿੱਚ ਕਿਤੇ ਸੰਨ ਨਾ ਵੱਜੇ, ਸੋ ਅਕਾਲੀ ਦਲ ਨੇ ਉਸ ਨੀਤੀ ਤੇ ਵੀ ਅੱਗੇ ਵਧਣਾ ਸ਼ੁਰੂ ਕੀਤਾ। ਔਰ ਮੈਨੂੰ ਲੱਗਦਾ ਹੈ ਕਿ ਬਿਕਰਮ ਮਜੀਠੀਆ ਦੇ ਜਿਹੜੇ ਕੱਲ੍ਹ ਦੇ ਭਾਸ਼ਣ ਸੀ ਉਹ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦੇ ਤੌਰ ਦੇ ਉੱਤੇ ਅੱਗੇ ਵਧਾਉਣ ਦੀ ਦਿਸ਼ਾ ਦੇ ਵਿੱਚ ਇੱਕ ਕਦਮ ਸੀ। ਔਰ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ, ਬਹੁਤ ਸੰਭਾਵਨਾ ਹੈ ਕਿ ਅਗਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ। ਅਗਰ ਅਗਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤੇ ਅਕਾਲੀ ਦਲ ਦਾ ਕਿੰਨਾ ਵੋਟ ਬੈਂਕ ਹੈ ਜਿਹੜਾ ਅਕਾਲੀ ਦਲ ਦੇ ਨਾਲ ਰਹੂਗਾ ਔਰ ਕਿੰਨਾ ਵੋਟ ਬੈਂਕ ਹੈ ਜਿਹੜਾ ਵਿਰੋਧੀਆਂ ਕੋਲੇ ਖਿਸਕੂਗਾ, ਇਹ ਵੀ ਬਹੁਤ ਅਹਿਮ ਪੜਾਅ ਹੈ ਜਿਹੜਾ ਸਾਬਤ ਹੋਏਗਾ ਆਉਂਦੇ ਸਮੇਂ ਦੇ ਵਿੱਚ। ਔਰ ਕੱਲ ਅੰਮ੍ਰਿਤਸਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਮਜੀਠੀਆ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ, ਔਰ ਭਗਵੰਤ ਮਾਨ ਦੇ ਉੱਤੇ ਵੀ ਬਹੁਤ ਗਰਮ ਨਜ਼ਰ ਆਏ। ਭਗਵੰਤ ਮਾਨ ਸਿੱਧੇ ਤੌਰ ਤੇ ਭਗਵੰਤ ਮਾਨ ਨੇ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਫੇਲ ਕਰਾਰ ਦਿੱਤਾ। ਬਿਕਰਮ ਮਜੀਠੀਆ ਕਹਿੰਦੇ ਕਿ ਨਾ ਪੁਲਿਸ ਤੇ ਨਾ ਅਮਨ ਲਾ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਅਜਿਹੀ ਹੈ ਕਿ ਪੰਜਾਬ 'ਚ ਸੁਚਾਰੂ ਕੰਮ ਹੋ ਸਕੇ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਪਹਿਲਾ ਡੀਜੀਪੀ ਵੀ ਪਸੰਦ ਨਹੀਂ ਆਇਆ ਭਗਵੰਤ ਮਾਨ ਨੂੰ ਔਰ ਬਹੁਤ ਜਲਦ ਦੂਸਰੇ ਵੀ ਨਹੀਂ ਆਉਣੇ। ਉਹ ਇੱਥੋਂ ਤੱਕ ਤੰਜ ਕੱਸਦੇ ਰਹੇ ਬਿਕਰਮ ਮਜੀਠੀਆ ਭਗਵੰਤ ਮਾਨ ਤੇ ਕਿ ਭਗਵੰਤ ਮਾਨ ਹੀ ਡੀਜੀਪੀ ਦੀ ਵਰਦੀ ਪਾ ਲੈਣ। ਸੋ ਇਸ ਤਰੀਕੇ ਦੀਆਂ ਗੱਲਾਂ ਵੀ ਬਿਕਰਮ ਮਜੀਠੀਆ ਨੇ ਕੀਤੀਆਂ ਔਰ ਕਈ ਮਸਲਿਆਂ ਤੇ ਉਹਨਾਂ ਨੇ ਆਪਣੀ ਟਿੱਪਣੀਆਂ ਜਿਹੜੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਇਹਦੇ ਨਾਲ ਨਾਲ ਮੈਂ ਇਹ ਵੀ ਜੋੜਦਾ ਹਰਜੋਤ ਜੀ, ਕੱਲ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਹਦੇ 'ਚ ਨੀਲ ਗਰਗ ਆਮ ਆਦਮੀ ਪਾਰਟੀ ਦੇ ਬੁਲਾਰੇ ਔਰ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ, ਇਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਜਿਹੜੀ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਹੜਾ ਗਨ ਕਲਚਰ ਹੈ ਉਹਨੂੰ ਅਸੀਂ ਖਤਮ ਕਰਨਾ ਹੈ ਔਰ ਅਸਲੇ ਦੇ ਲਾਇਸੈਂਸ ਨੇ ਜਿਹੜੇ ਉਹ ਰਿਵਿਊ ਕੀਤੇ ਜਾਣਗੇ। ਉਹਨਾਂ ਨੇ ਸਪਸ਼ਟ ਤੌਰ ਤੇ ਪਿਛਲੀ ਕਾਂਗਰਸ ਸਰਕਾਰ ਔਰ ਅਕਾਲੀ ਦਲ ਦੀ ਸਰਕਾਰ ਤੇ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਗਨ ਕਲਚਰ ਨੂੰ ਪ੍ਰਮੋਟ ਕੀਤਾ ਹੈ ਔਰ ਬਹੁਤ ਸਾਰੇ ਅਸਲੇ ਦੇ ਜਿਹੜੇ ਲਾਇਸੈਂਸ ਨੇ ਉਹ ਤੱਥਾਂ ਤੋਂ ਬਿਨਾਂ ਵਾਕਫ ਹੋਏ ਜਾਰੀ ਕੀਤੇ ਨੇ ਔਰ ਜਿਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋ ਰਿਹਾ। ਕਈ ਦਿਨਾਂ ਦੀ ਪੰਜਾਬ 'ਚ ਇੱਕ ਡਿਬੇਟ ਚੱਲ ਰਹੀ ਹੈ ਲਾ ਐਂਡ ਆਰਡਰ ਦੀ ਸਥਿਤੀ ਜਿਵੇਂ ਪੰਜਾਬ ਦੇ ਵਿੱਚ ਠੀਕ ਨਹੀਂ ਹੈ। ਸਾਨੂੰ ਪਤਾ ਹੈ ਕਤਲੋ ਗੈਰਤ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵਧੀਆਂ ਨੇ। ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਬਹੁਤ ਸਾਰੇ ਪੰਜਾਬੀ ਲੋਕ ਨੇ ਜਿਨ੍ਹਾਂ ਕੋਲੇ ਅਸਲਾ ਹੈ ਔਰ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਬਹੁਤ ਸਾਰੇ ਲੋਕ ਅਸਲੇ ਦਾ ਗੈਰ ਜ਼ਰੂਰੀ ਵਿਖਾਵਾ ਕਰਦੇ ਨੇ, ਭਾਵੇਂ ਸੋਸ਼ਲ ਮੀਡੀਆ ਤੇ ਵੇਖ ਲਈਏ ਤੇ ਭਾਵੇਂ ਬਾਜ਼ਾਰਾਂ ਚੌਂਕਾਂ 'ਚ ਮੇਲਿਆਂ 'ਚ ਤੇ ਆਮ ਸਮਾਗਮਾਂ 'ਚ ਦੇਖ ਲਈਏ, ਵਿਆਹ ਸ਼ਾਦੀਆਂ 'ਚ ਦੇਖ ਲਈਏ। ਜੋ ਕੁਝ ਹੋਇਆ ਪਿਛਲੇ ਦਿਨਾਂ 'ਚ ਅੰਮ੍ਰਿਤਸਰ 'ਚ ਅਸੀਂ ਉਹ ਵੀ ਵੇਖਿਆ। ਸੋ ਜਿਹੜਾ ਹਥਿਆਰਾਂ ਦਾ ਗੈਰ ਕਾਨੂੰਨੀ ਵਿਖਾਵਾ ਹੈ ਉਹ ਵੀ ਇੱਕ ਬਹੁਤ ਵੱਡੀ ਲਾ ਐਂਡ ਆਰਡਰ ਦੇ ਨਾਲ ਜੁੜੀ ਹੋਈ ਸਮੱਸਿਆ ਹੈ
ਕਿਉਂਕਿ ਮੈਰਿਜ ਪੈਲੇਸਿਸ ਦੇ ਵਿੱਚ ਅਸੀਂ ਦੇਖਿਆ ਅਗਰ ਡੀਜੇ ਵਾਲੇ ਵੀ ਆਪਣਾ ਪ੍ਰੋਗਰਾਮ ਪੇਸ਼ ਕਰਦੇ ਹੋਣ ਤੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਕੋਈ ਸਾਨੂੰ ਬੰਦੂਕ ਨਾ ਦਿਖਾ ਦੇ ਆ ਕੇ। ਔਰ ਅਕਸਰ ਵਿਆਹਾਂ ਦੇ ਵਿੱਚ ਲੋਕ ਗੋਲੀਆਂ ਚਲਾ ਕੇ ਆਪਣੀ ਜਿਹੜੀ ਭੰਡੀ ਪ੍ਰਚਾਰ ਕਰਦੇ ਨੇ, ਮੈਂ ਤਾਂ ਇਹ ਕਹੂੰਗਾ ਆਪਣਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਨੇ, ਇਹਦੇ ਤੇ ਸਰਕਾਰ ਸਖਤ ਹੋਈ ਹੈ ਔਰ ਇਹਦੇ ਲਈ ਜ਼ਿੰਮੇਦਾਰ ਪਿਛਲੀਆਂ ਸਰਕਾਰਾਂ ਨੂੰ ਠਹਿਰਾਇਆ। ਮਲਵਿੰਦਰ ਸਿੰਘ ਕੰਗ ਔਰ ਨੀਲ ਗਰਗ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਸੋ ਇਹ ਪਾਲਿਸੀ ਬਿਨਾਂ ਸ਼ੱਕ ਇਹ ਪਾਲਿਸੀ ਚੰਗੀ ਹੈ। ਅਸਲੇ ਦੇ ਸਾਰੇ ਲਾਇਸੈਂਸਾਂ ਦੀ ਤਫਤੀਸ਼ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ ਹੈ, ਜਿਹੜੇ ਗੈਰ ਕਾਨੂੰਨੀ ਨੇ ਰੱਦ ਹੋਣ ਔਰ ਜਿਹੜੇ ਜਾਇਜ਼ ਨੇ ਉਹਨਾਂ ਨੂੰ ਜ਼ਰੂਰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਦੇਖੋ, ਇਹ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਕੁਝ ਜਾਰੀ ਕੀਤੀਆਂ ਗਈਆਂ ਨੇ, ਉਹ ਕੱਲ੍ਹ ਦਾ ਮੀਡੀਆ ਦੇ ਵਿੱਚ ਆਪਾਂ ਦੇਖਿਆ ਵੀ ਆ। ਇੱਕ ਤਾਂ ਉਹਦੇ ਵਿੱਚ ਇਹ ਹੈਗਾ ਕਿ ਜਿੰਨੇ ਵੀ ਆਮ ਲਾਇਸੈਂਸਿਸ ਇਸ਼ੂ ਹੋਏ ਹੁਣ ਤੱਕ, ਉਹਨਾਂ ਦਾ ਜਿਹੜਾ ਇਹ 3 ਮਹੀਨੇ ਦੇ ਅੰਦਰ ਅੰਦਰ ਸਾਰੇ ਲਾਇਸੈਂਸਿਸ ਦਾ ਇੱਕ ਵਾਰੀ ਰਿਵਿਊ ਕੀਤਾ ਜਾਵੇ। ਉਹਦੇ 'ਚ ਦੇਖਿਆ ਜਾਵੇ ਕਿ ਜੇ ਕਿਸੇ ਗਲਤ ਅਨਸਰ ਨੂੰ ਜਾਰੀ ਹੋਇਆ ਹੈ ਤਾਂ ਉਹਨੂੰ ਐਜ਼ ਪਰ ਰੂਲਸ ਜਿਹੜਾ ਉਹਨੂੰ ਸਸਪੈਂਡ ਜਾਂ ਰਿਵੋਕ ਕੀਤਾ ਜਾਵੇ। ਸੋ ਇਹਦੇ 'ਚ ਮੈਂ ਦੱਸਣਾ ਚਾਹੂੰਗਾ ਕਿ ਆਰਮਜ਼ ਐਕਟ ਦੇ ਵਿੱਚ ਆਲਰੇਡੀ ਪ੍ਰੋਵੀਜ਼ਨਸ ਹੈਗੀਆਂ ਹੈ। ਸੈਕਸ਼ਨ 17 ਦੇ ਵਿੱਚ ਪ੍ਰੋਵੀਜ਼ਨਸ ਆ ਜਿਹਦੇ ਵਿੱਚ ਆਪਾਂ ਲਾਇਸੈਂਸ ਜਿਹੜਾ ਉਹ ਰਿਵੋਕ ਜਾਂ ਸਸਪੈਂਡ ਕਰ ਸਕਦੇ ਹਾਂ। ਉਹਦੇ ਵਿੱਚ ਕੁਝ ਕੰਡੀਸ਼ਨਸ ਦਿੱਤੀਆਂ ਹੋਈਆਂ ਹੈ। ਸੋ ਉਹ ਕੰਡੀਸ਼ਨਸ ਦੇ ਮੱਦੇਨਜ਼ਰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੀ ਜਿਹੜਾ ਹਥਿਆਰ ਨੇ ਉਹਨਾਂ ਦਾ ਪਬਲਿਕ ਡਿਸਪਲੇ ਜਿਹੜਾ ਹੈ, ਜਨਤਕ ਜਿਹੜਾ ਪ੍ਰਦਰਸ਼ਨ ਆ, ਉਹਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ। ਸੋਸ਼ਲ ਮੀਡੀਆ ਦੇ ਉੱਤੇ ਵੀ ਲਾਗੂ ਹੋਵੇ ਜਿਹੜੀਆਂ ਹਦਾਇਤਾਂ ਨੇ। ਉਸ ਤੋਂ ਇਲਾਵਾ ਜਿਹੜੇ ਇਹੋ ਜਿਹੇ ਗੀਤ ਆ ਜਿਹੜੇ ਹਥਿਆਰਾਂ ਦੀ ਜਾਂ ਹਿੰਸਾ ਦੀ ਵਡਿਆਈ ਕਰਦੇ ਆ, ਉਹਨਾਂ ਗੀਤਾਂ ਦੇ ਉੱਤੇ ਵੀ ਪਾਬੰਦੀ ਲਾਈ ਜਾਵੇ। ਫਿਰ ਜਨਤਕ ਇਕੱਠ ਜਿੱਦਾਂ ਧਾਰਮਿਕ ਸਮਾਗਮ ਆ, ਕੋਈ ਵਿਆਹ ਪਾਰਟੀਆਂ ਹੈ, ਕੋਈ ਹੋਰ ਇਹੋ ਜਿਹੇ ਸਮਾਗਮ ਆ, ਉੱਥੇ ਵੀ ਹਥਿਆਰ ਲਿਜਾਣ ਦੇ ਉੱਤੇ ਪੂਰਨ ਤੌਰ 'ਤੇ ਜਿਹੜੀ ਹੈ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਜਿਹੜੀ ਅਚਨਚੇਤ ਜਿਹੜੀ ਸਰਪ੍ਰਾਈਜ਼ ਚੈਕਿੰਗ ਆ, ਜਿਹੜੀ ਕਿ ਅੱਗੇ ਵੀ ਪੰਜਾਬ ਪੁਲਿਸ ਵੱਲੋਂ ਚੱਲਦੀ ਰਹਿੰਦੀ ਆ, ਉਹਨੂੰ ਹੋਰ ਜਿਹੜਾ ਅਗਰੈਸਿਵ ਕਰਨ ਦੀ ਜ਼ਰੂਰਤ ਆ। ਜਿਹੜੀਆਂ ਹਦਾਇਤਾਂ ਜਿਹੜੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ। ਸਿਮਿਲਰਲੀ ਜਿਹੜੀਆਂ ਹੇਟ ਸਪੀਚਿਸ ਆ, ਜਿਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਆਈਆਂ ਪਿੱਛੇ, ਹੇਟ ਸਪੀਚਿਸ ਦੇ ਉੱਤੇ ਵੀ ਜਿੱਥੇ ਕੋਈ ਹੇਟ ਸਪੀਚ ਦੀ ਗੱਲ ਆਉਂਦੀ ਆ, ਉੱਥੇ ਕਾਨੂੰਨ ਦੇ ਅਨੁਸਾਰ ਜੋ ਕਾਰਵਾਈ ਬਣਦੀ ਕੀਤੀ ਜਾਵੇ। ਇਹ ਜਿਹੜੀਆਂ ਹਦਾਇਤਾਂ ਵਾ, ਇਹਦੇ ਵਿੱਚ ਫਰਦਰ ਆਰਡਰ ਇਸ਼ੂ ਹੋਣਗੇ। ਜਿੱਥੇ ਰੈਵਨਿਊ ਪੁਲਿਸ ਡਿਸਟ੍ਰਿਕਟ ਨੇ, ਉੱਥੇ ਡਿਪਟੀ ਕਮਿਸ਼ਨਰ ਵੱਲੋਂ 144 'ਚ ਆਰਡਰ ਇਸ਼ੂ ਹੋਣਗੇ। ਜਿੱਥੇ ਕਮਿਸ਼ਨਰੇਟ ਨੇ, ਉੱਥੇ ਕਮਿਸ਼ਨਰਸ ਦੇ ਵੱਲੋਂ 144 ਦੇ ਆਰਡਰ ਇਸ਼ੂ ਹੋਣਗੇ ਬਕਾਇਦਾ। ਸੋ ਇਹ ਇੱਕ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ। ਇਹਨਾਂ ਨੂੰ ਫਰਦਰ ਐਜ਼ ਪਰ ਰੂਲਸ 144 ਦੇ ਤਹਿਤ ਆਰਡਰ ਕਰਕੇ ਜਾਰੀ ਕਰਕੇ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ। 2019 ਹਾਈ ਕੋਰਟ ਨੇ ਵੀ ਇਦਾਂ ਦੀਆਂ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ। ਨਹੀਂ, ਉਹੀ ਹੁਣ ਇਹਨਾਂ ਨੂੰ ਉਸ ਚੀਜ਼ ਨੂੰ ਆਪਾਂ ਰੀਟਰੇਟ ਕੀਤਾ ਹੈ ਕਿ ਇੱਕ ਵਾਰੀ ਡਿਪਟੀ ਕਮਿਸ਼ਨਰਸ ਵੱਲੋਂ ਇੱਕ ਵਾਰੀ 144 ਦੇ ਆਰਡਰ ਹੋ ਜਾਣਗੇ। ਫਿਰ ਇਹਨਾਂ ਹਦਾਇਤਾਂ ਦੇ ਮੱਦੇਨਜ਼ਰ ਜਿਹੜੇ ਇਹੋ ਜਿਹੇ ਗਾਣੇ ਹੈਗੇ ਆ, ਉਹਦੇ ਉੱਤੇ ਜੋ ਦੇਖੋ ਲਾਅ ਦੇ ਮੁਤਾਬਕ ਕਾਰਵਾਈ ਹੋਣੀ ਹੈ। ਜਿਹੜੀਆਂ ਹਦਾਇਤਾਂ ਹੁੰਦੀਆਂ ਇੱਕ ਤਰ੍ਹਾਂ ਦੀਆਂ ਹੁੰਦਾ ਕਿ ਇਸ ਚੀਜ਼ ਦੇ ਉੱਤੇ ਅਮਲ ਕੀਤਾ ਜਾਵੇ। ਸੋ ਉਹ ਹੁਣ ਸ਼ੁਰੂ ਹੋਏਗਾ ਅਮਲ ਕਰਨਾ ਫਰਦਰ। ਡੱਲਾ ਜੀ, ਅਗਲੀ ਖਬਰ ਵੱਲ ਵਧਦੇ ਹਾਂ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਵਕੀਲ HC ਅਰੋੜਾ ਵੱਲੋਂ ਜੋ ਡੇਰਾ ਮੁਖੀ ਦੀ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪਾਈ ਸੀ, ਉਸ ਦਾ ਨਿਪਟਾਰਾ ਕਰ ਦਿੱਤਾ ਹੈ। ਤੁਸੀਂ ਇਸ ਪਟੀਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਸ ਸਭ ਦੇ ਉੱਪਰ ਕੀ ਕਹਿਣਾ ਚਾਹੋਗੇ? ਹਰਜੋਤ ਜੀ ਬੜੇ ਸੀਨੀਅਰ ਵਕੀਲ ਨੇ ਐਡਵੋਕੇਟ HC ਅਰੋੜਾ, ਬਹੁਤ ਸਾਰੇ ਪਬਲਿਕ ਇੰਟਰਸਟ ਦੇ ਮੁੱਦਿਆਂ ਦੇ ਵਿੱਚ ਅਦਾਲਤ 'ਚ ਜਾਂਦੇ ਨੇ। ਇਸ ਵਾਰ ਵੀ ਬਹੁਤ ਸਾਰੇ ਲੋਕ ਸੋਚ ਰਹੇ ਸੀ ਕਿ ਡੇਰਾ ਮੁਖੀ ਨੂੰ ਜਿਹੜੀ ਪੈਰੋਲ ਮਿਲੀ ਹੈ ਉਹ ਕਿਸ ਆਧਾਰ ਤੇ ਮਿਲੀ ਹੈ, ਇਹਦੇ ਤੇ ਸਵਾਲ ਖੜੇ ਸੀ। ਇਸ ਕਰਕੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਲੈ ਕੇ ਗਏ। ਭਾਵੇਂ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਉਹਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਓਨੀ ਮਾਨਤਾ ਨਹੀਂ ਦਿੱਤੀ, ਪਰ ਇਹ ਜ਼ਰੂਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਦਰਖਾਸਤ ਸੀ ਜਾਂ ਮੰਗ ਪੱਤਰ ਸੀ ਜਾਂ ਨੋਟਿਸ ਸੀ ਜਿਹੜਾ ਉੱਥੋਂ ਦੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਭੇਜਿਆ ਗਿਆ ਸੀ ਹਰਿਆਣਾ ਦੀ ਸਰਕਾਰ ਨੂੰ, ਉਹ ਕਹਿੰਦੇ ਕਿ 7 ਦਿਨਾਂ ਦੇ ਵਿੱਚ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਰਵੀ ਸ਼ੰਕਰ ਝਾਅ, ਉਹਨਾਂ 'ਤੇ ਆਧਾਰਿਤ ਬੈਂਚ ਨੇ ਸਰਕਾਰ ਨੂੰ ਪਟੀਸ਼ਨਕਰਤਾ ਵੱਲੋਂ ਜਿਹੜੇ ਮੁੱਖ ਸਕੱਤਰ ਨੂੰ ਦਿੱਤੇ ਗਏ ਨੇ ਮੰਗ ਪੱਤਰ 'ਤੇ ਢੁਕਵਾਂ ਫੈਸਲਾ ਲੈਣ ਦੇ ਹੁਕਮ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ HC ਅਰੋੜਾ ਦੀ ਪ੍ਰਤੀਨਿਧਤਾ ਨੂੰ 1 ਹਫ਼ਤੇ ਦੇ ਅੰਦਰ ਨਿਪਟਾਉਣਾ ਚਾਹੀਦਾ। ਸੋ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਜ਼ਰੂਰ ਹਰਿਆਣਾ ਸਰਕਾਰ ਆਪਣਾ ਕੋਈ ਨਾ ਕੋਈ ਪੱਖ ਹੈ ਜਿਹੜਾ ਉਹ ਜ਼ਰੂਰ ਰੱਖੇਗੀ, ਪਰ ਕਿਤੇ ਨਾ ਕਿਤੇ
ਜਿਸ ਤਰ੍ਹਾਂ ਨਾਲ ਪੈਰੋਲ ਦਿੱਤੀ ਗਈ ਆ ਉਹਦੇ ਪਿੱਛੇ ਸਿਆਸੀ ਮੰਤਵ ਨਜ਼ਰ ਆਉਂਦੇ ਨੇ। ਵਿਰੋਧੀ ਲੀਡਰ ਲਗਾਤਾਰ ਇਸ ਗੱਲ ਦੀ ਆਵਾਜ਼ ਚੱਕਦੇ ਰਹੇ ਨੇ ਕਿ ਹਰਿਆਣਾ ਦੇ ਵਿੱਚ ਸਰਕਾਰ ਨੇ ਜਿਹੜੀ ਪੈਰੋਲ ਦਵਾਈ ਹੈ ਉਹ ਕਿਸ ਆਧਾਰ ਤੇ ਦਵਾਈ ਹੈ। ਪੰਜਾਬ ਦੇ ਵਿੱਚ ਵੀ ਜਦੋਂ ਚੋਣਾਂ ਸੀ ਉਸ ਤੋਂ ਪਹਿਲਾਂ ਪੈਰੋਲ ਤੇ ਡੇਰਾ ਮੁਖੀ ਆਏ, ਹੁਣ ਵੀ ਕਈ ਜਗ੍ਹਾ ਤੇ ਉਪ ਚੋਣਾਂ ਸੀ, ਹਰਿਆਣੇ 'ਚ ਆਦਮਪੁਰ ਦੀ ਚੋਣ ਸੀ, ਉਸ ਤੋਂ ਪਹਿਲਾਂ ਡੇਰਾ ਮੁਖੀ ਪੈਰੋਲ ਤੇ ਆਏ। ਸੋ ਇਸ ਕਰਕੇ ਪੋਲੀਟੀਕਲ ਲੀਡਰ ਲਗਾਤਾਰ ਸਵਾਲ ਚੱਕ ਰਹੇ ਸੀ, ਜਿਸ ਤੋਂ ਬਾਅਦ ਜਿਹੜੀ ਇਹ ਪਟੀਸ਼ਨ ਹੈ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਸੀ। ਇਹ ਵੀ ਸਵਾਲ ਵੱਡੇ ਨੇ ਕਿ ਕੀ ਇਸ ਤਰੀਕੇ ਨਾਲ ਜਿਹੜੇ ਲੋਕ ਨੇ ਉਹ ਪੈਰੋਲ ਤੇ ਆਉਣ ਤੋਂ ਬਾਅਦ ਕੀ ਆਨਲਾਈਨ ਸਮਾਗਮ ਕਰ ਸਕਦੇ ਨੇ ਜਿਸ ਤਰ੍ਹਾਂ ਨਾਲ ਡੇਰਾ ਮੁਖੀ ਕਰਦੇ ਨੇ। ਇਹ ਵੀ ਇੱਕ ਵੱਡਾ ਸਵਾਲ ਹੈ ਔਰ ਇਹਨਾਂ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਕਾਨੂੰਨੀ ਤੌਰ ਤੇ ਮਿਲਣ ਦੀ ਆਸ ਅਸੀਂ ਭਵਿੱਖ 'ਚ ਕਰ ਸਕਦੇ ਹਾਂ। ਡੱਲਾ ਜੀ, ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਦੇ ਡੀਜੀਪੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਉੱਪਰ ਅਪਡੇਟ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਕਿ ਇਸ ਮੁਲਾਕਾਤ ਦੇ ਵਿੱਚ ਕੀ ਖਾਸ ਰਿਹਾ, ਕਿਸ ਗੱਲ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਹੈ, ਇਸ ਦੇ ਉੱਪਰ ਪੂਰੇ ਵੇਰਵੇ ਕਿਸ ਤਰ੍ਹਾਂ ਦੇ ਬਾਹਰ ਆ ਰਹੇ ਨੇ, ਕਿਸ ਤਰ੍ਹਾਂ ਦੀ ਜਾਣਕਾਰੀ ਬਾਹਰ ਆ ਰਹੀ ਹੈ, ਜ਼ਰੂਰ ਦੱਸਿਓ ਇਸ ਉੱਪਰ ਕੀ ਅਪਡੇਟ ਹੈ। ਦੇਖੋ, ਇਹ ਪਤਾ ਲੱਗਿਆ ਕਿ ਪੰਜਾਬ ਦੇ ਡੀਜੀਪੀ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਨੇ ਮੁਲਾਕਾਤ ਕੀਤੀ ਹੈ ਔਰ ਸਿੱਧੂ ਮੂਸੇਵਾਲਾ ਦੇ ਮਰਡਰ ਦੇ ਮਾਮਲੇ ਦੇ ਵਿੱਚ ਜਾਂਚ ਔਰ ਇਨਸਾਫ ਦੀ ਜਿਹੜੀ ਮੰਗ ਹੈ ਉਹਦੇ ਤੇ ਉਹਨਾਂ ਨੇ ਆਪਣੇ ਵੱਖ-ਵੱਖ ਜਿਹੜੇ ਵਿਊ ਪੁਆਇੰਟ ਨੇ ਉਹ ਦਿੱਤੇ ਨੇ। ਵੇਰਵੇ ਤਾਂ ਅਧਿਕਾਰਿਕ ਤੌਰ ਦੇ ਉੱਤੇ ਬਾਹਰ ਨਹੀਂ ਆਏ ਕਿ ਬਲਕੌਰ ਸਿੰਘ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਕੀ ਕੋਈ ਖਾਸ ਇਨਪੁਟ ਦਿੱਤੀ ਹੈ। ਅਗਰ ਦਿੱਤੀ ਵੀ ਹੋਏਗੀ ਤੇ ਉਹ ਸੁਰੱਖਿਆ ਦੇ ਮੱਦੇਨਜ਼ਰ ਆਉਂਦੇ ਸਮੇਂ 'ਚ ਐਕਸ਼ਨ ਦੇ ਰੂਪ ਦੇ ਵਿੱਚ ਹੀ ਹਰਜੋਤ ਉਹ ਨਜ਼ਰ ਆਏਗੀ। ਪਰ ਕਿਉਂਕਿ ਕੁਝ ਦਿਨ ਪਹਿਲਾਂ ਬਲਕੌਰ ਸਿੰਘ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਇੱਕ ਤਰੀਕੇ ਨਾਲ ਕਿ ਜੇ ਇਨਸਾਫ ਨਾ ਮਿਲਿਆ ਤੇ ਮੈਂ 25 ਨਵੰਬਰ ਤੋਂ ਬਾਅਦ ਦੇਸ਼ 'ਚੋਂ ਬਾਹਰ ਜਾ ਸਕਦਾ। ਸੋ ਪੰਜਾਬੀ ਨਹੀਂ ਚਾਹੁੰਦੇ ਕਿ ਬਲਕੌਰ ਸਿੰਘ ਪੰਜਾਬ ਛੱਡ ਕੇ ਜਾਣ। 25 ਨਵੰਬਰ ਆਉਣ ਵਾਲੀ ਹੈ, ਅੱਜ 15 ਨਵੰਬਰ ਆ ਗਈ। ਸੋ 10 ਦਿਨ ਦਾ ਸਮਾਂ ਅਸੀਂ ਆਸ ਕਰਾਂਗੇ ਕਿ 10 ਦਿਨਾਂ ਦੇ ਵਿੱਚ ਪੁਲਿਸ ਬਲਕੌਰ ਸਿੰਘ ਉਹਨਾਂ ਨੂੰ ਵੀ ਸੰਤੁਸ਼ਟ ਕਰੇ ਔਰ ਇਸ ਮਾਮਲੇ ਦੇ ਵਿੱਚ ਜਿਹੜੀਆਂ ਵੀ ਹੁਣ ਤੱਕ ਪ੍ਰਾਪਤੀਆਂ ਨੇ ਉਹਨਾਂ ਦਾ ਬਿਊਰਾ ਬਲਕੌਰ ਸਿੰਘ ਉਹਨਾਂ ਨੂੰ ਦਿੱਤਾ ਜਾਵੇ, ਕਿਉਂਕਿ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਉਹ ਬਹੁਤ ਭਾਵੁਕ ਵਿਅਕਤੀ ਨੇ। ਸੋ ਜ਼ਰੂਰ ਅਸੀਂ ਚਾਹੁੰਦੇ ਹਾਂ ਕਿ ਉਹ ਪੰਜਾਬ 'ਚ ਹੀ ਰਹਿਣ। ਇਹ ਵੀ ਸਾਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿਉਂਕਿ ਉਹਨਾਂ ਨੇ ਆਪ ਕਿਹਾ ਸੀ ਕਿ ਮੈਂ ਨਹੀਂ ਤਾਂ ਦੇਸ਼ ਤੋਂ ਬਾਹਰ ਜਾ ਸਕਦਾ ਤੇ ਮੀਡੀਆ ਨੇ ਇਸ ਖਬਰ ਨੂੰ ਬਹੁਤ ਹਾਈਲਾਈਟ ਕੀਤਾ। ਸੋ ਅਗਰ 25 ਨਵੰਬਰ ਤੱਕ ਉਹ ਸੰਤੁਸ਼ਟ ਨਹੀਂ ਹੁੰਦੇ ਇਨਸਾਫ ਤੋਂ ਤੇ ਕਿਤੇ ਪੰਜਾਬ ਛੱਡ ਕੇ ਨਾ ਚਲੇ ਜਾਣ, ਇਸ ਗੱਲ ਦਾ ਬਹੁਤ ਸਾਨੂੰ ਡਰ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਉਹ ਇੱਥੇ ਰਹਿਣ ਔਰ ਪੁਲਿਸ ਵੀ ਆਪਣਾ ਜਿਹੜਾ ਜਾਂਚ ਹੈ ਉਹਨੂੰ ਤੇਜ਼ੀ ਦੇ ਨਾਲ ਅੱਗੇ ਵਧਾਵੇ। ਡੱਲਾ ਜੀ, ਇਹਨਾਂ ਸਾਰੀਆਂ ਖਬਰਾਂ ਤੋਂ ਇਲਾਵਾ ਕੋਈ ਹੋਰ ਖਾਸ ਖਬਰ ਹੋਵੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਉਹ ਖਾਸ ਖਬਰ ਵੀ ਤੁਸੀਂ ਆਪਣੇ ਐਨਾਲਿਸਿਸ ਦੇ ਨਾਲ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਹਰਜੋਤ ਜੀ, ਪੰਜਾਬ ਦੇ PRTC ਦੇ ਪਨਬਸ ਦੇ ਤੇ ਪੰਜਾਬ ਰੋਡਵੇਜ਼ ਦੇ ਜਿਹੜੇ ਸਮਝੌਤੇ ਵਾਲੇ ਮੁਲਾਜ਼ਮ ਨੇ, ਕੰਟਰੈਕਟ ਮੁਲਾਜ਼ਮ ਨੇ, ਉਹਨਾਂ ਦੀ ਜਥੇਬੰਦੀ ਲਗਾਤਾਰ ਸੰਘਰਸ਼ ਕਰ ਰਹੀ ਹੈ। ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਸਰਕਾਰੀਆਂ ਦਾ ਕਈ ਥਾਂ ਜਾਮ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ, ਨਿਰਦੇਸ਼ਾਂ ਤੋਂ ਬਾਅਦ ਮੀਟਿੰਗ ਲਈ ਸੱਦਿਆ ਗਿਆ ਸੀ। ਕੱਲ ਮੀਟਿੰਗ ਸੀ ਪਰ ਇਹ ਮੀਟਿੰਗ ਬੇਸਿੱਟਾ ਰਹੀ। ਇਹ ਜਿਹੜੇ ਸਰਕਾਰੀ ਕੰਟਰੈਕਟ ਮੁਲਾਜ਼ਮ ਨੇ ਸੱਚਮੁੱਚ ਇਨਸਾਫ ਦੇ ਹੱਕਦਾਰ ਨੇ। ਵੱਡੇ ਦਾਅਵੇ ਦੇਖੋ ਸਰਕਾਰਾਂ ਕਰਦੀਆਂ ਨੇ। ਗੁਜਰਾਤ ਦੇ ਚੋਣ ਪ੍ਰਚਾਰ 'ਚ ਅਗਰ ਅਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਬਿਆਨ ਸੁਣ ਲਈਏ ਤੇ ਪੰਜਾਬ 'ਚ ਕੋਈ ਮੁੱਦਾ ਹੀ ਨਹੀਂ ਬਚਿਆ। ਪੰਜਾਬ ਖੁਸ਼ਹਾਲ ਹੋ ਗਿਆ, ਸਾਰੇ ਕੱਚੇ ਕਾਮੇ ਪੱਕੇ ਹੋ ਗਏ, ਸਾਰੇ ਪੰਜਾਬ ਦੀ ਬਿਜਲੀ ਮੁਫਤ ਹੋ ਗਈ, ਸਾਰੇ ਪੰਜਾਬ ਦੇ ਵਿੱਚ ਖੁਸ਼ਹਾਲੀ ਤੇ ਤਰੱਕੀ ਆ ਗਈ ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਚੋਣਾਂ ਲੜਨੀਆਂ ਹੁੰਦੀਆਂ ਨੇ। ਸੋ ਕਾਮੇ ਨੇ ਜਿਹੜੇ ਉਹ ਕਹਿੰਦੇ ਪਿਛਲੀ ਸਰਕਾਰ ਵੇਲੇ ਰਾਜਾ ਵੜਿੰਗ ਵੀ ਜਿਹੜੀ ਸਾਡੀ ਮੰਗ ਮੰਨ ਕੇ ਗਿਆ ਸੀ ਉਹ ਵੀ ਇਹ ਸਰਕਾਰ ਲਾਗੂ ਨਹੀਂ ਕਰ ਰਹੀ। ਸੋ ਮੈਨੂੰ ਲੱਗਦਾ ਹੈ ਭਗਵੰਤ ਮਾਨ ਦੀ ਸਰਕਾਰ ਅੱਗੇ ਬਹੁਤ ਵੱਡਾ ਟੈਸਟ ਹੈ, ਚੁਣੌਤੀ ਹੈ। 2024 ਵੀ ਆਉਣ ਵਾਲਾ ਹੈ ਪਰ ਸਿਆਸਤ ਦੀ ਗੱਲ ਵੱਖਰੀ ਹੈ। ਇਹਨਾਂ ਮੁਲਾਜ਼ਮਾਂ ਦੀ ਗੱਲ ਜ਼ਰੂਰ ਧਿਆਨ ਦੇ ਨਾਲ ਸੁਣੀ ਜਾਣੀ ਚਾਹੀਦੀ ਹੈ। ਕੰਟਰੈਕਟ ਦੇ ਮੁਲਾਜ਼ਮਾਂ ਨੂੰ ਜ਼ਰੂਰ ਪੱਕੇ ਕੀਤਾ ਜਾਣਾ ਚਾਹੀਦਾ ਔਰ ਇਹਨਾਂ ਨੂੰ ਬਣਦੀਆਂ ਤਨਖਾਹਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ। ਸਾਡੀ ਜਿਹੜੀ ਮੀਟਿੰਗ ਸੀਗੀ ਉਹ ਮਾਨਯੋਗ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਜੀ ਨਾਲ ਫਿਕਸ ਹੋਈ ਸੀ, ਜਿਹਦੇ 'ਚ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਗਏ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਰੈਗੂਲਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ। ਪਰ ਸਮੇਂ-ਸਮੇਂ ਤੇ ਜਿਹੜੀ ਸਾਡੀ ਮੈਨੇਜਮੈਂਟ ਆ ਸਰਕਾਰ ਵੱਲੋਂ ਸਾਡੀ ਆਵਾਜ਼ ਨੂੰ ਦਬਾਉਣ ਵਾਸਤੇ ਕੋਈ ਨਾ ਕੋਈ ਨਵਾਂ ਫਰਮਾਨ ਜਾਰੀ ਕੀਤਾ ਜਾਂਦਾ। ਜਿਵੇਂ ਪਿਛਲੇ ਦਿਨੀ ਸਾਡੇ ਸਾਥੀ ਦੀ ਇੱਕ ਦੀ ਨਜਾਇਜ਼ ਰਿਪੋਰਟ ਹੋਈ ਆ ਬਟਾਲੇ ਡਿਪੂ ਦੇ ਵਿੱਚ ਤੇ ਜਿਹੜਾ ਉਹਨੂੰ ਨਜਾਇਜ਼ ਰਿਪੋਰਟ ਹੋਣ ਤੋਂ ਬਾਅਦ ਉਹਨੂੰ ਡਿਊਟੀ ਤੋਂ ਫਾਰਗ ਕਰਤਾ। ਜਿਹੜਾ ਉਹ ਜੋਸ਼ ਰੋਸ ਦੇ ਵਿੱਚ ਆ ਕੇ ਤੇ ਪਾਣੀ ਵਾਲੀ ਟੈਂਕੀ ਤੇ ਲਗਭਗ ਅੱਜ 6 ਦਿਨ ਹੋ ਗਏ ਆ ਵੀ ਟੈਂਕੀ ਤੇ ਚੜ੍ਹ ਕੇ ਆਪਣਾ ਰੋਸ ਪ੍ਰਦਰਸ਼ਨ ਕਰਨ ਦਿਆ ਤੇ ਜਿਹਦੀ ਰਿਪੋਰਟ ਦੀ ਜਾਂਚ ਕਰਨ ਦੀ ਬਜਾਏ ਮੈਨੇਜਮੈਂਟ ਵੱਲੋਂ ਉੱਥੇ ਫਰਮਾਨ ਜਾਰੀ ਕੀਤੇ ਜਾ ਰਹੇ ਨੇ, ਜਿਸ ਕਰਕੇ ਪਹਿਲੇ ਦਿਨ ਤੋਂ ਬਟਾਲਾ ਡਿਪੂ ਬੰਦ ਸੀਗਾ। ਉਸ ਤੋਂ ਬਾਅਦ
ਪੰਜਾਬ ਦੇ 27 ਡਿਪੂ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਦੇ, ਜਿਹਦੇ 'ਚ ਕੱਲ ਅਸੀਂ ਖਰੜ ਟੀ ਪੁਆਇੰਟ ਤੇ ਜਿਹੜਾ ਜਲੰਧਰ ਰਾਮਾ ਮੰਡੀ ਦਾ ਤੇ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਦਾ ਪ੍ਰੋਗਰਾਮ ਰੱਖਿਆ ਸੀ, ਜਿੱਥੋਂ ਜਲੰਧਰ ਦੇ ਪ੍ਰਸ਼ਾਸਨ ਨੇ ਤੇ ਖਰੜ ਦੇ ਪ੍ਰਸ਼ਾਸਨ ਨੇ ਰਲ ਮਿਲ ਕੇ ਜਿਹੜੀ ਮੀਟਿੰਗ ਅੱਜ ਫਿਕਸ ਕਰਾਈ ਸੀ, ਜਿਹਦੇ 'ਚ ਮੀਟਿੰਗ ਦੇ ਵਿੱਚ ਸਾਡੇ ਪਨਬੱਸ ਰੋਡਵੇਜ਼ ਦੇ ਟਰਾਂਸਪੋਰਟ ਦੇ ਅਧਿਕਾਰੀ ਜਿਹੜੇ ਆਏ ਸੀ ਤੇ ਨਾਲ ਹੀ ਸਾਡੇ ਪ੍ਰਮੁੱਖ ਸਕੱਤਰ ਜੀ ਸੀਗੀ, ਜਿਹਦੇ ਨਾਲ ਉਹਨਾਂ ਨੇ ਸਾਡੀਆਂ ਗੱਲਬਾਤ ਬੜੇ ਧਿਆਨ ਨਾਲ ਸੁਣੀਆਂ ਤੇ ਸਾਡੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਪਰ ਜਿਹੜੇ ਮਸਲਿਆਂ ਤੇ ਸਾਡੇ ਜਿਹੜੇ ਪ੍ਰੋਟੈਸਟ ਸ਼ੁਰੂ ਹੋਇਆ, ਜਿਵੇਂ ਹੜਤਾਲ ਸ਼ੁਰੂ ਹੋਈ ਆ, ਕਿਉਂਕਿ ਇੱਕ ਤੇ ਜਿਹੜੀ ਬਟਾਲੇ ਡਿਪੂ 'ਚ ਨਜਾਇਜ਼ ਰਿਪੋਰਟ ਤੇ ਇੱਕ ਫਿਰੋਜ਼ਪੁਰ 'ਚ ਨਜਾਇਜ਼ ਬਦਲੀਆਂ, ਉਹਨਾਂ ਤੇ ਅਸੀਂ ਵਾਰ-ਵਾਰ ਕਹਿੰਦੇ ਸੀ ਕਿ ਜਿਹੜੇ ਬਟਾਲੇ ਡਿਪੂ ਦੀ ਰਿਪੋਰਟ ਹੈ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਬਦਲੀਆਂ ਨੂੰ ਰੱਦ ਕੀਤਾ ਜਾਵੇ ਤੇ ਅਸੀਂ ਗੱਡੀਆਂ ਚਲਾਉਣ ਨੂੰ ਤਿਆਰ ਹਾਂ ਤੇ ਦੂਜੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਾਸਤੇ ਸਮਾਂ ਦਿੱਤਾ ਜਾਵੇ ਤੇ ਸਮੇਂ ਦੇ ਅਨੁਸਾਰ ਜਿਹੜੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਪਰ ਸਾਡੇ ਜਿਹੜੇ ਡਾਇਰੈਕਟਰ ਦਫ਼ਤਰ ਦੇ ਅਧਿਕਾਰੀ ਨੇ ਉਹ ਵਾਰ-ਵਾਰ ਇਹ ਦੋਨਾਂ ਮੰਗਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਨਾ ਹੱਲ ਕਰਨ ਵਾਲੇ ਪਾਸੇ ਨੂੰ ਜਾ ਰਹੇ ਸੀ, ਜਿਸ ਕਰਕੇ ਸਾਨੂੰ ਮਜਬੂਰਨ ਅਗਲੇ ਪ੍ਰੋਗਰਾਮ ਦੇਣੇ ਪਏ। ਜਿਵੇਂ ਕਿ ਅਸੀਂ ਕੱਲ੍ਹ ਦੀ ਤਰੀਕ ਦੇ ਵਿੱਚ ਅਸੀਂ ਮੁੱਖ ਮੰਤਰੀ ਪੰਜਾਬ ਦੇ ਜਿਹੜਾ CM ਹਾਊਸ ਹੈ ਚੰਡੀਗੜ੍ਹ 'ਚ ਉਹਦੀ ਰਿਹਾਇਸ਼ 'ਤੇ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ, ਕਿਉਂਕਿ ਸਾਡਾ ਰੋਸ ਆ ਪੂਰੇ ਪੰਜਾਬ ਦੇ ਵਿੱਚ ਕਿ ਜਿਹੜੇ ਸਾਡੇ ਮਸਲੇ ਸੀ ਉਹ ਹੱਲ ਨਹੀਂ ਹੋਏ। ਅੱਜ 6ਵਾਂ ਦਿਨ ਹੋ ਗਿਆ ਜਿਹੜਾ ਮੁਲਾਜ਼ਮ ਹੈ ਉਹ ਟੈਂਕੀ ਤੇ ਚੜ੍ਹਿਆ ਤੇ ਉਹਦੀ ਹਾਲਤ ਹੈ ਜਿਹੜੀ ਬੜੀ ਗੰਭੀਰ ਲੱਗਦੀ ਆ। ਸੋ ਇਸ ਕਰਕੇ ਅਸੀਂ ਉਹਦੇ ਹੱਕ ਦੇ ਵਿੱਚ ਜਿਹੜੀਆਂ ਨਜਾਇਜ਼ ਬਦਲੀਆਂ ਹੋਈਆਂ ਤੇ ਜਿਹੜਾ ਸਾਡੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਾਨੇਸ਼ਾਹੀ ਫਰਮਾਨ ਜਾਰੀ ਕੀਤੇ ਜਾ ਰਹੇ ਆ, ਉਹਦੇ ਵਿਰੁੱਧ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਹਰਜੋਤ ਜੀ, ਇੱਕ ਹੋਰ ਮੈਂ ਵਪਾਰਕ ਖਬਰ ਬੜੀ ਮਹੱਤਵਪੂਰਨ ਹੈ। ਸਨਅਤੀ ਕੇਂਦਰ ਲੁਧਿਆਣਾ ਦੇ ਵਿੱਚ ਬਹੁਤ ਵੱਡੀਆਂ ਇਕਾਈਆਂ ਨੇ। ਯੂਨਾਈਟਿਡ ਸਾਈਕਲਸ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਹੈ, ਇਹ ਏਸ਼ੀਆ ਦੀ ਸਾਈਕਲਾਂ ਦੀ ਬਹੁਤ ਵੱਡੀ ਜਥੇਬੰਦੀ ਹੈ। ਇਸ ਤੋਂ ਇਲਾਵਾ ਜਿਹੜੀ ਛੋਟੀ ਸਨਅਤ ਦੇ ਐਸੋਸੀਏਸ਼ਨਾਂ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਚਾਈਨਾ ਤੋਂ 20 ਲੱਖ ਕਰੋੜ ਰੁਪਏ ਦਾ ਇੰਪੋਰਟ ਹੋਇਆ ਔਰ ਵਿਸ਼ਵ ਬੈਂਕ ਕਹਿ ਰਿਹਾ ਕਿ 2023 'ਚ ਭਾਰਤ 'ਚ ਵੱਡੀ ਮੰਦੀ ਆ ਸਕਦੀ ਹੈ। ਇਸ ਤਰੀਕੇ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਔਰ RBI ਤੋਂ ਬਾਅਦ ਹੁਣ ਵਿਸ਼ਵ ਬੈਂਕ ਨੇ ਵੀ ਮੌਜੂਦਾ ਵਿੱਤੀ ਸਾਲ ਦੇ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਘਟਣ ਦਾ ਅਨੁਮਾਨ ਦਿੱਤਾ ਹੈ। ਅਜਿਹੇ ਜਿਹੜੇ ਸਨਅਤਕਾਰ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਜਿਹੜੇ ਚਾਈਨਾ ਤੋਂ ਇੰਪੋਰਟ ਹੋ ਰਿਹਾ ਉਹਨੂੰ ਘਟਾਓ, ਉਹਨੂੰ ਬੰਦ ਕਰੋ, ਤਾਂ ਕਿ ਮੇਕ ਇਨ ਇੰਡੀਆ ਅਸੀਂ ਬਣਾਈਏ ਔਰ ਜਿਹੜੀ ਦੇਸ਼ ਦੀ ਛੋਟੀ ਸਨਅਤ ਹੈ ਉਹ ਬਚੇ। ਔਰ ਜੇ ਦੇਸ਼ ਦੀ ਛੋਟੀ ਸਨਅਤ ਬਚਦੀ ਹੈ ਤੇ ਉਹਦੇ ਨਾਲ ਅਸੀਂ ਆਰਥਿਕ ਮੰਦੀ ਤੋਂ ਵੀ ਬਚ ਸਕਾਂਗੇ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਪੂਰੇ ਵੇਰਵੇ ਦੇ ਨਾਲ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਵਿਚਾਰ, ਕੀਮਤੀ ਸੁਝਾਅ ਹਮੇਸ਼ਾ ਹੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।